अस्सलाम वालेकुम दोस्तों। लो जी दोस्तों, ਅਸੀਂ ਅੱਜ ਮੌਜੂਦ ਹਾਂ ਜੀ ਮਿਲਤ ਟਰੈਕਟਰ ਮਾਰਕੀਟ ਲਾਹੌਰ ਤੇ ਅਲ ਮਜ਼ਾਨ ਟਰੈਕਟਰ ਫਾਰਮ ਹਾਊਸ ਤੇ ਮੌਜੂਦ ਹਾਂ। ਤੇ ਲਾਹੌਰ ਦੀ ਟਰੈਕਟਰ ਮਾਰਕੀਟ ਹੈ, ਕਹ ਲਓ ਪਾਕਿਸਤਾਨ ਦੀ ਸਭ ਤੋਂ ਬੜੀ ਮਾਰਕੀਟ ਆ, ਬਲਕਿ ਕਹ ਲਓ ਤੁਸੀਂ ਏਸ਼ੀਆ ਦੀ ਬੜੀ ਮਾਰਕੀਟ ਆ ਜਿਹੜੀ ਟਰੈਕਟਰ ਮਾਰਕੀਟ ਆ। ਤੇ ਇਸ ਦੇ ਅੰਦਰ ਕੀ ਕੀਮਤਾਂ ਚੱਲ ਰਹੀਆਂ ਟਰੈਕਟਰਾਂ ਦੀਆਂ ਔਰ ਮਾਰਕੀਟ ਦੇ ਕੀ ਹਾਲਾਤ ਵਾਕਿਆਤ ਚੱਲ ਰਹੇ ਨੇ, ਜਿਹੜੀ ਤਾਜ਼ਾ ਤਰੀਨ ਅਪਡੇਟ ਆ ਉਹਦੇ ਹਵਾਲੇ ਨਾਲ ਦੋਸਤਾਂ ਨੂੰ ਅਪਡੇਟ ਦਿੰਦੇ ਆ। ਸਾਡੇ ਨਾਲ ਮੌਜੂਦ ਆ ਭਾਈ ਮੁਹੱਬਤ ਅਲੀ ਵਾਲਾ ਸਾਹਿਬ। ਇਹ ਸਾਨੂੰ ਹਰ ਮਾਡਲ ਦੀ ਕੀਮਤ ਦੱਸਣਗੇ ਔਰ ਮਾਰਕੀਟ ਦੇ ਹਾਲਾਤਾਂ ਤੋਂ ਅਗਾਈ ਦੇਣਗੇ, ਕਿਉਂਕਿ ਇਹ ਜਿਹੜੇ ਆ ਰੂਟੀਨ ਦੇ ਨਾਲ ਮਾਰਕੀਟ ਦੇ ਨਾਲ ਅਟੈਚ ਰਹਿੰਦੇ ਆ। ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ। अस्सलाम वालेकुम जी। वालेकुम सलाम। हाँ जी वाला साहब, की हाल चाल जे? शुक्र अल्लाह पाक दा, तुसीं सुनाओ। हाँ जी वाला साहब, की हालात ने मार्केट दे इस वक्त? ਮਾਰਕੀਟ ਦੇ ਹਾਲਾਤ ਭਜਨ ਖਰਾਬ ਹੀ ਨੇ। ਜਿਸ ਤਰ੍ਹਾਂ ਤੁਹਾਨੂੰ ਪਤਾ ਰੇਟ ਵੱਧ ਗਏ ਨੇ, ਤੇ ਜਦੋਂ ਰੇਟ ਨਹੀਂ ਸੀ ਵਧਿਆ ਉਦੋਂ ਤੇ ਕੰਪਨੀ ਨੇ ਦਿੱਤਾ ਸੀ ਟਾਈਮ ਮਹੀਨੇ ਦਾ, ਤੇ ਸੇਲ ਸੂਲ ਹੋਏ ਜਿਹੜੇ ਜ਼ਿਮੀਂਦਾਰਾਂ ਨੇ ਲੈਣੇ ਸੀ ਟਰੈਕਟਰ ਲੈ ਲਏ ਨੇ। ਤੇ ਅੱਗੋਂ ਹੁਣ ਗਾਂ ਹਾਲਾਤ ਖਰਾਬ ਹੀ ਹੁੰਦੇ ਜਾਣੇ, ਕਿਉਂਕਿ ਅੱਗੋਂ ਫੇਰ ਸਕੀਮ ਆ ਜਾਣੀ। ਤੇ ਜਿਹੜਾ ਹੁਣ ਹਰ ਜ਼ਿਮੀਂਦਾਰ ਦੀ ਇਹ ਕੋਸ਼ਿਸ਼ ਹੈ ਸਕੀਮ ਦਾ ਇੰਤਜ਼ਾਰ ਕਰ ਲਈ, ਸ਼ਾਇਦ ਸਾਡੀ ਕਿਸਮਤ 'ਚ ਹੋਏ ਟਰੈਕਟਰ। ਪਹਿਲਾਂ ਜਿਵੇਂ ਤੁਹਾਨੂੰ ਪਤਾ 10,000 ਟਰੈਕਟਰ ਮਿਲੇ ਸੀ, ਹੁਣ ਮਿਲਣੇ ਨੇ 20,000। ਹੁਣ ਤੇ ਹਰ ਪਾਸੇ ਗ੍ਰੀਨ ਹੀ ਹੋਣਾ। ਤੇ ਕੈਸ਼ ਮਾਰਕੀਟ ਪਹਿਲਾਂ ਤੁਹਾਨੂੰ ਪਤਾ ਬਿਲਕੁਲ ਡੈਡ ਲੈਵਲ ਤੇ ਪਹੁੰਚ ਗਈ, ਨਹੀਂ ਤੇ ਪਹਿਲਾਂ ਇਹ ਦਿਨਾਂ 'ਚ ਹੁਣ ਚੜ ਜਾਂਦਾ ਸੀ 30,000 50,000 ਨੂੰ ਹੁਣ ਚੜ ਜਾਂਦਾ ਹੈ। ਅੱਛਾ ਵਾਲਾ ਸਾਹਿਬ, ਇਹ ਕਨਫਰਮ ਖਬਰ ਆ ਕਿ ਸਕੀਮ ਆ ਰਹੀ ਆ, ਗ੍ਰੀਨ ਸਕੀਮ ਆ? ਬਿਲਕੁਲ ਜੀ, ਕਨਫਰਮ ਖਬਰ ਹੈ। ਬਕਾਇਆ ਤੌਰ ਤੇ ਹੈ ਬਜਟ ਦੇ ਵਿੱਚ ਵੀ ਇਹਦੇ ਵਾਸਤੇ ਉਹਨਾਂ ਨੇ 5 ਅਰਬ ਰੁਪਏ ਜਿਹੜੇ ਨੇ ਮੁਖਤਸ ਕਰਤੇ ਨੇ। ਇਹ ਜਿਹੜੀ ਫੇਸ 2 ਸ਼ੁਰੂ ਹੋਣ ਲੱਗਾ, ਇਹਦੇ ਵਿੱਚ 20,000 ਟਰੈਕਟਰ ਮਿਲਣਗੇ ਜ਼ਿਮੀਂਦਾਰਾਂ ਨੂੰ। ਸਹੀ। ਪਹਿਲਾਂ 10,000 ਮਿਲੇ, ਜਿਨ੍ਹਾਂ ਨੂੰ ਪਹਿਲਾਂ ਨਹੀਂ ਮਿਲੇ ਸਾਡੀ ਤੇ ਖੁਆਇਸ਼ ਹੈ ਕਿ ਉਹਨਾਂ ਨੂੰ ਹੁਣ ਮਿਲਣ ਜਿਹੜੇ ਹੱਕਦਾਰ ਨੇ, ਤੇ ਜਿਨ੍ਹਾਂ ਨੂੰ ਪਹਿਲਾਂ ਮਿਲ ਗਏ ਨੇ ਉਹਨਾਂ ਨੂੰ ਦੁਬਾਰਾ ਮਿਲ ਜਾਣ ਤੇ ਮੈਂ ਨਾ ਤੇ ਫਿਰ ਨਾ ਹੱਕ ਹੋ ਜਾਏਗੀ ਗੱਲ। ਸਹੀ। ਇਹ ਸੂਰਤ ਹਾਲ ਹੈ। ਬਾਕੀ ਵਾਲਾ ਸਾਹਿਬ ਕੋਈ ਸਕੀਮ ਦੇ ਵਿੱਚ ਆਪਸ਼ਨ ਤੇ ਰੱਖਣਗੇ ਨਾ ਕਿ ਜਿਨ੍ਹਾਂ ਦੇ ਅੱਗੇ ਨਿਕਲੇ ਆ ਉਹ ਦਰਖਾਸਤ ਨਹੀਂ ਦੇ ਸਕਦੇ? ਆਹੋ, ਐਵੇਂ ਦਾ ਆਪਸ਼ਨ ਲਾਜ਼ਮੀ ਹੋਣਾ ਚਾਹੀਦਾ। ਜਿਨ੍ਹਾਂ ਨੂੰ ਪਹਿਲਾਂ ਮਿਲ ਗਏ ਨੇ ਉਹ ਅਪਲਾਈ ਕਰਨ ਦੇ ਨਾ ਹੈਲ ਹੋਣ। ਨਹੀਂ ਇਸ ਤਰ੍ਹਾਂ ਦਾ ਹੋਵੇਗਾ ਹੀ ਨਾ ਇਹ, ਕਿਉਂਕਿ ਜਿਹੜੀ ਸਕੀਮ ਆ ਹਿੱਸਾ ਤੇ ਪਹਿਲੀ ਸਕੀਮ ਦਾ ਹੀ ਹੈ ਨਾ ਇਹ। ਬਿਲਕੁਲ ਉਹਦੀ ਸਕੀਮ ਦਾ ਹਿੱਸਾ ਹੈ। ਸਹੀ। ਤੇ ਮੇਰਾ ਖਿਆਲ ਹੈ ਜਾਂ ਤਾਂ ਜਿਨ੍ਹਾਂ ਨੇ ਪਹਿਲਾਂ ਅਪਲਾਈ ਕਰ ਲਿਆ ਸੀ ਉਹ ਹੀ ਦਰਖਾਸਤਾਂ ਦੁਬਾਰਾ ਕਰ ਲੈਣ ਰੀਨਿਊ, ਉਹਨਾਂ ਨੂੰ ਫੇਰ ਥੋੜਾ ਅੰਦਾਜ਼ੇ ਸ਼ਾਮਲ ਕਰ ਲੈਣ। ਹਾਂ, ਪਹਿਲੀਆਂ ਦਰਖਾਸਤਾਂ ਚੋਂ ਹੀ ਹਾਂ, ਜਿਹੜੇ ਨਿਕਲ ਗਏ ਆ ਉਹਨਾਂ ਦੇ ਨਾਂ ਕੱਟ ਦੇਣ। ਹਾਂਜੀ। ਤੇ ਬਾਕੀ ਮਾਰਕੀਟ ਦੀ ਤੁਹਾਡੇ ਨਾਲ ਕੀ ਸੂਰਤ ਹਾਲ ਦੱਸੀ ਆ। ਸ਼ਾਮ ਦਾ ਹੁਣ ਟਾਈਮ ਹੋ ਗਿਆ, ਆ ਭਾਈ ਹੁਣੀ ਸਾਡੇ ਲਾਗੇ ਹੀ ਨੇ, ਤੇ ਸ਼ੋਰੂਮ ਵਾਲੇ ਵਿੱਚ ਹੁਣ ਟਰੈਕਟਰ ਬਾਹਰ ਕੱਢਦੇ ਨੇ, ਉਵੇਂ ਸ਼ਾਮ ਨੂੰ ਅੰਦਰ ਵਾੜ ਦਿੰਦੇ ਨੇ ਜਦੋਂ ਦੇ ਰੇਟ ਵੱਧ ਗਏ ਨੇ। ਕਿਉਂਕਿ ਹੁਣ ਕਿੰਨੇ ਲੈਣਾ ਇੰਨਾ ਮਹਿੰਗਾ? ਹੁਣ 40 ਲੱਖ ਰੁਪਏ ਦਾ ਟਰੈਕਟਰ ਹੋ ਗਿਆ, 40,23,000 ਰੁਪਏ ਦਾ ਨਵਾਂ ਰੇਟ ਆ ਗਿਆ। ਤੇ ਤੁਹਾਨੂੰ ਪਤੇ ਦੀ ਗੱਲ ਦੱਸ ਦੇਵਾਂ, ਇੱਥੇ ਸ਼ੋਰੂਮ ਹੁੰਦਾ ਹੀ ਆ ਜੱਟ ਫਾਰਮ ਵਾਲੇ, ਹੋਰ ਇੱਕ ਦੋ ਸ਼ੋਰੂਮ ਉਂਝ ਚਲੇ ਗਏ ਤੇ ਉਹ ਤੇ ਉਂਝ ਭਾਈ ਉਹਨਾਂ ਸ਼ੋਰੂਮ ਖਤਮ ਕਰਕੇ ਵਿੱਚ ਭਾਈ ਹੋਟਲ ਪਾ ਲਿਆ। ਇਹ ਸੂਰਤ ਹਾਲ ਆ ਗਈ। ਕਿਰਾਏ ਨਹੀਂ ਭਾਈ ਪੂਰੇ ਹੋਣ ਦੇ, ਸ਼ੋਰੂਮ ਵਾਲਿਆਂ ਨੂੰ ਬਚਣ ਕੀ ਡਿਆ ਦੱਸੋ। ਹੁਣ 40 ਲੱਖ ਰੁਪਏ ਦਾ ਟਰੈਕਟਰ ਹੈ, ਮਾਰਕੀਟ ਹੁਣ 39 ਲੱਖ ਰੁਪਏ ਤੱਕ ਸੇਲ ਹੋ ਰਿਹਾ, ਡਿਮਾਂਡ ਕਰ ਰਹੇ ਨੇ, ਸੇਲ ਵਾਲਾ ਕੋਈ ਚੱਕਰ ਨਹੀਂ। ਪਹਿਲਾਂ ਹੀ 38,30,000 ਰੁਪਈਆ, ਫਿਰ ਵੀ ਬੁਕਿੰਗ ਰੇਟ ਤੋਂ ਥੱਲੇ ਸੇਲ ਹੁੰਦਾ ਰਿਹਾ। ਆ ਜਿਹੜੀ ਕੰਪਨੀ ਵੱਲੋਂ ਬੱਚਤ ਮਿਲਦੀ ਹੈ ਨਾ ਇਹਨਾਂ ਨੂੰ, ਉਹ ਹੀ ਬਚਦਾ, ਬਾਕੀ ਹੁਣ ਉੱਤੇ ਕੋਈ ਸ਼ਾਇਦ ਨਹੀਂ ਰਹਿ ਗਈ। ਹੁਣ ਵੇਖੋ 40 ਲੱਖ ਰੁਪਈਆ ਬੰਦੇ ਨੇ ਕਿਸੇ ਨੇ ਇਨਵੈਸਟ ਕੀਤਾ, ਉਹਨੂੰ ਰੁਪਈਆ ਵਿੱਚ 10,000 20,000 ਵੀ ਨਾ ਮਿਲੇ ਤੇ ਕੀ ਕਰਨਾ? ਹੁਣ ਸ਼ੋਰੂਮਾਂ ਦੇ ਕਿਰਾਏ ਦੇਣੇ, ਇੱਕ ਤੇ ਟਰੈਕਟਰ ਖਿਲਾਰਿਆ ਕੋਈ ਨਹੀਂ। ਆ ਪਿੱਛੇ ਚੈੱਕ ਕਰੋ, ਹਰ ਸ਼ੋਰੂਮ ਦੇ ਬਾਹਰ ਤੁਹਾਨੂੰ 10 12 ਟਰੈਕਟਰ ਖੜੇ ਨਜ਼ਰ ਆਉਣਗੇ। ਇਨਵੈਸਟ ਕੀਤੇ ਨੇ ਉਹਨਾਂ ਨੇ, ਲੱਖਾਂ ਕਰੋੜਾਂ ਰੁਪਏ ਇਨਵੈਸਟ ਕੀਤੇ ਨੇ। ਅੱਛਾ ਵਾਲਾ ਸਾਹਿਬ, ਅਸੀਂ ਕੁਛ ਅਰਸਾ ਪਹਿਲਾਂ ਹੁੰਦੇ ਸਾਂ ਜਦੋਂ ਨਵੇਂ ਮਾਰਕੀਟ 'ਚ ਆਉਣ ਲੱਗੇ, ਵੀਡੀਓ ਕਰਨ ਲੱਗੇ ਆ, ਉਦੋਂ ਚੰਦ ਕੁ ਟਰੈਕਟਰ ਹੁੰਦੇ ਸੀਗੇ ਤੇ ਬੁਕਿੰਗ ਰੇਟ ਚੱਲਦੇ ਹੁੰਦੇ ਸੀ। ਬੁਕਿੰਗ ਰੇਟ ਹੋਰ, ਪ੍ਰਾਈਸ ਰੇਟ ਹੋਰ, ਤੇ ਜਿੰਨੇ ਮੌਕੇ ਤੇ ਲੈਣਾ ਉਹ 40-50,000 ਮਹਿੰਗਾ ਲੈਂਦਾ ਹੁੰਦਾ ਸੀ। ਹੁਣ ਵੀ ਇੰਜ ਦਾ ਮਾਰਕੀਟ ਦੇ ਅੰਦਰ ਸੀਨ ਪਾਟ ਹੈ ਕਿ ਉਹ ਗੱਲ ਖਤਮ ਹੋ ਗਈ ਕਹਾਣੀ। ਉਹ ਭਾਈਆਂ ਦੌੜ ਖਤਮ ਹੋ ਗਿਆ, ਉਹ ਤੇ 2 ਸਾਲ ਹੋ ਗਏ ਉਹ ਦੌੜ ਖਤਮ ਹੋ ਗਿਆ। ਜਦੋਂ ਦਾ ਇਹ ਸੀਨ ਹੁੰਦਾ ਸੀ ਨਾ ਵੀ ਹੁਣ ਚੜਿਆ ਤੇ ਤੁਸੀਂ ਭਾਈ ਬੁੱਕ ਕਰਵਾ ਲਓ, ਕੋਈ 4 ਮਹੀਨੇ ਬਾਅਦ ਤੁਹਾਨੂੰ ਡਿਲੀਵਰੀ ਮਿਲ ਜੇਗੀ। ਹੁਣ ਤੇ ਕੰਪਨੀ ਆਂਦੀ ਯਾਰ ਅੱਜ ਹੀ ਬੁੱਕ ਕਰਾਓ, ਤੁਹਾਡੀ ਮਿਹਰਬਾਨੀ ਬੁੱਕ ਕਰਾਓ ਸਹੀ, ਅੱਜ ਹੀ ਤੁਹਾਨੂੰ ਡਿਲੀਵਰੀ ਦੇਣੇ। ਇਹ ਸੂਰਤ ਹਾਲ ਹੋ ਗਈ। ਸਹੀ। ਇਹ ਕੀ ਵਜ੍ਹਾ ਇਹ ਸੂਰਤ ਹਾਲ ਹੋਣ ਦੀ, ਇੱਥੋਂ ਤੱਕ ਇੰਨੀ ਨੌਬਤ ਆ ਗਈ? ਇਹਦੇ ਤੇ ਕੀ ਤੁਸੀਂ ਕਹਿਣਾ ਚਾਹੋਗੇ, ਕੀ ਵਜ੍ਹਾ ਵਾ? ਭਾਈਆਂ ਨੇ ਵਜ੍ਹਾ ਹੈ ਤੇ 2-3 ਵਜੂਹਾਤ ਨੇ। ਇੱਕ ਤੇ ਇਹ ਹੋ ਗਈ ਆ ਜਿਹੜੀ ਹੁਣ ਗ੍ਰੀਨ ਸਕੀਮ ਆਈ ਹੈ, ਇਹਨਾਂ ਵੀ ਆ ਜਿਹੜੇ ਸ਼ੋਰੂਮ ਵਾਲਿਆਂ ਦਾ, ਜਾਂ ਇਸ ਤੋਂ ਇਲਾਵਾ ਜਿਹੜੇ ਬੈਂਕ ਸਕੀਮ ਆਈ ਹੈ ਉਹਨਾਂ ਵੀ ਲੱਕ ਭੰਨਿਆ। ਗ੍ਰੀਨ ਸਕੀਮ ਨੇ ਦੂਜਾ ਭੰਨਤਾ। ਉਸ ਤੋਂ ਇਲਾਵਾ ਤੀਜੀ ਇਹ ਕੀਮਤਾਂ ਵਧਾ ਦਿੰਦੇ ਨੇ। ਚੌਥੀ ਗੱਲ ਇਹ ਹੈ ਜਿਹੜਾ ਜ਼ਿਮੀਂਦਾਰ ਉਹਦੀ ਅਜਨਾਸ ਦਾ ਰੇਟ ਕੋਈ ਨਹੀਂ ਮਿਲਿਆ। ਸਭ ਤੋਂ ਮੇਨ ਗੱਲ ਇਹ ਹੈ ਇਹਨਾਂ ਦੀ ਕਣਕ ਵੇਚਦੀ ਆ 6,000 ਨੂੰ ਤੇ 50 ਲੱਖ ਦਾ ਟਰੈਕਟਰ ਹੁੰਦਾ, ਇਹਨਾਂ ਹੱਸ ਕੇ ਲੈ ਕੇ ਜਾਣਾ ਜ਼ਿਮੀਂਦਾਰਾਂ ਨੇ। ਜ਼ਿਮੀਂਦਾਰ ਜਿਹਦੇ ਪੱਲੇ ਹੋਏਗਾ ਉਹਨੇ ਭਾਈ ਲੈ ਕੇ ਜਾਂਦੇ ਨੇ, ਜਿਹਨੂੰ ਪੱਲੇ ਹੀ ਕੁਝ ਨਹੀਂ ਤੇ ਉਹਨੇ ਫਿਰ ਇਹ ਵੀ ਜਿਹੜਾ 30 ਲੱਖ ਦਾ ਵੀ ਟਰੈਕਟਰ ਕਰ ਦੋ ਫਿਰ ਵੀ ਉਹਨੂੰ ਮਹਿੰਗਾ ਲੱਗਣਾ। ਇਹ ਗੱਲ ਹੈ ਨਾ, ਕਿੱਥੇ ਪਹਿਲਾਂ ਅਸੀਂ ਪਿਛਲੇ 2 ਸਾਲ ਦੀ ਗੱਲ ਕਰ ਲੈਂਦੇ ਆ, 4,000 ਨੂੰ ਗੰਦਮ ਸੇਲ ਹੁੰਦੀ ਰਹੀ ਹੈ। ਉਦੋਂ ਟਰੈਕਟਰ ਸੀਗਾ ਮਹਾ 32 ਲੱਖ 33 ਲੱਖ ਰੁਪਏ ਦਾ, ਠੀਕ ਹੈ, 4,000 ਜਦੋਂ ਗੰਦਮ ਸੀ।
ਤੇ ਹੁਣ ਗੰਦਮ ਆ ਗਈ 2000 ਤੇ 2500 ਤੇ ਟਰੈਕਟਰ ਪਹੁੰਚ ਗਿਆ 40 ਲੱਖ ਰੁਪਏ ਤੇ। ਇਹ ਗੱਲ ਇਨਵਰਟ ਪਿੱਛੇ ਨੂੰ ਆਇਆ ਨਾ, ਬੈਕ ਗੇਅਰ ਲੱਗਾ ਹੈ। ਨਾਲ ਜ਼ਿਮੀਂਦਾਰ ਜਨਾਸ ਦੇ ਰੇਟ ਵੀ ਵੱਧਦੇ ਰਹਿਣ ਤੇ ਇਹਨਾਂ ਦੇ ਵੀ ਵਧਾਈ ਜਾਣ, ਫਿਰ ਕੋਈ ਭਾਰ ਨਹੀਂ। ਪਰ ਬੈਲੈਂਸ ਰਹਿਣਾ ਚਾਹੀਦਾ ਨਾ, ਇਹਦੇ ਨਾਲ ਇੱਕ ਪੱਲਾ ਉੱਚਾ ਹੋ ਜਾਏ ਇੱਕ ਨੀਵਾਂ ਹੋ ਜਾਏ, ਫਿਰ ਤੇ ਨਹੀਂ ਨਾ ਕੰਮ ਚੱਲਦਾ। ਹਾਂਜੀ ਦੇ ਰੇਟ ਵਧਣਾ ਬੜੀ ਦੂਰ ਦੀ ਗੱਲ ਆ, ਸੇਲ ਹੀ ਨਹੀਂ ਹੋ ਰਹੀਆਂ। ਸੇਲ ਭਾਈ ਜਦੋਂ ਰੇਟ ਮਿਲ ਜਾਣਾ, ਮੈਂ ਯਾਰ ਗੰਦਮ ਜਿਹੜੀ ਹੈ ਤੁਹਾਨੂੰ ਪਤਾ ਹਰ ਬੰਦਾ ਖਾਣ, ਇਹ ਸਭ ਤੋਂ ਵੱਡੀ ਜਿਹੜੀ ਹੈ ਜਨਾਸ ਇਹ ਹੀ ਹੈ ਇੰਟਰਨੈਸ਼ਨਲ, ਜਿਹੜਾ ਜਿਹਦੇ ਬਗੈਰ ਇਨਸਾਨ ਜ਼ਿੰਦਾ ਨਹੀਂ ਰਹਿ ਸਕਦਾ। ਤੇ ਜ਼ਿਮੀਂਦਾਰ ਵੀ ਮੇਰਾ ਖਿਆਲ ਹਰ ਬੰਦਾ, ਹਰ ਜ਼ਿਮੀਂਦਾਰ ਜਿਹੜਾ ਗੰਦਮ ਕਾਸ਼ਤ ਕਰਦਾ ਹੈ, ਕਿਉਂਕਿ ਵੱਡੀ ਫਸਲ ਹੈ। ਤੇ ਜਦੋਂ ਇਹਦਾ ਰੇਟ ਨਹੀਂ ਮਿਲਣਾ, ਮੇਨ ਇਹ ਫਸਲ ਹੈ, ਇਹਦਾ ਰੇਟ ਨਹੀਂ ਮਿਲਣਾ। ਠੇਕੇ ਕਿੱਥੇ ਪਹਿਲਾਂ 3-3 ਲੱਖ ਹੀ, ਹੁਣ ਠੇਕੇਦਾਰ ਉਂਝ ਭੱਜ ਗਏ। ਠੇਕੇਦਾਰ ਨਾਲ ਗਾਹਕ ਵੀ ਮਾਰਕੀਟ ਤੋਂ ਭੱਜ ਗਏ ਨੇ, ਇਹ ਸੂਰਤ ਹਾਲ ਹੁਣ। ਅੱਛਾ ਭਾਈ ਮੈਂ ਬਦਲੀ 240 ਦਾ ਮਾਰਕੀਟ ਦੇ ਅੰਦਰ ਕੀ ਚੱਲ ਰਿਹਾ ਰੇਟ ਹੈ ਇਸ ਵਕਤ? ਉਹ ਭਾਈ 240 ਵਾਲੀ ਰਹਿ ਨਹੀਂ ਗਈ ਗੱਲ ਹੁਣ। ਪਹਿਲਾਂ 240 ਕਿਤੇ 12-12 ਲੱਖ ਰੁਪਏ ਦਾ ਸੇਲ ਹੁੰਦਾ ਰਿਹਾ। ਆ ਹੁਣ 240 ਨਵੇਂ ਰੇਟ ਆ ਗਈ, ਮੈਂ ਤੁਹਾਨੂੰ ਦੱਸ ਨਹੀਂ ਦਿੰਦਾ। ਫਰੈਸ਼ ਜਿਹੜੀ ਨਵੇਂ ਰੇਟ 25,30,800 ਰੁਪਏ ਦਾ ਜੀ 240 ਲੱਖ? 25 ਲੱਖ 25 ਲੱਖ ਦਾ ਹੋ ਗਿਆ। 800 ਰੁਪਏ ਦਾ 240 ਟਰੈਕਟਰ ਹੋ ਤੇ ਗਿਆ। 260 260 ਹੋ ਗਿਆ ਜੀ 29,52,600 ਤੇ 260 ਡੀਲੈਕਸ ਮਾਡਲ ਡੀਲਕਸ ਜਿਹੜਾ ਜੀ 32,31,900 ਰੁਪਏ ਦਾ। ਸਹੀ। ਤੇ 385 ਜਿਹੜਾ ਸਾਦਾ 25 ਮਾਡਲ ਆ ਉਹਦੀ ਕੀ ਕੀਮਤ ਚੱਲ ਰਹੀ 85 ਜਿਹੜਾ 40,23,000 ਰੁਪਏ ਨਵਾਂ ਰੇਟ ਆ ਗਿਆ ਤੇ ਜੀ। ਡੀਲੈਕਸ ਦਾ ਡੀਲਕਸ ਜਿਹੜਾ ਜੀ ਉਹ ਹੋ ਗਿਆ 44,57,400 ਰੁਪਏ ਦਾ ਡੀਲਕਸ। 385 ਸਾਦਾ 2 ਵੀਲ ਦੀ ਗੱਲ ਕਰ ਰਹੇ ਹਾਂ। ਸਹੀ। ਤੇ 4x4 385 ਦੀ ਕੀ ਕੀਮਤ ਆ ਹੁਣ? 4x4 ਜਿਹੜਾ ਜੀ ਆ ਗਿਆ ਜੀ 53,24,900 ਰੁਪਏ ਦਾ। ਤੇ 4x4 ਡੀਲਕਸ ਜਿਹੜਾ 56,63,613 ਰੁਪਏ ਦਾ ਹੋ ਗਿਆ। ਸਹੀ। ਇਹ ਨਵੇਂ ਰੇਟ ਆ ਤੇ ਗਏ ਭਾਈ ਵਾਲਾ ਸਾਹਿਬ ਜਿਹੜਾ ਤੁਹਾਡੇ ਮਗਰ 375 ਖਲੋਤਾ ਵਾ ਐਸੀ, ਇਹਦੀ ਕਿੰਨੀ ਕੁ ਕੀਮਤ ਆ ਇਸ ਵਕਤ? ਇਹਦਾ ਕੋਈ ਅਤਾ ਪਤਾ ਨਹੀਂ, ਰੇਟ ਲਿਸਟ ਦੇ ਵਿੱਚ ਵੀ ਇਹਦਾ ਨਾਂ ਕੋਈ ਨਹੀਂ। 75 ਸਪੈਸ਼ਲ ਐਡੀਸ਼ਨ ਦਾ ਪਤਾ ਨਹੀਂ ਕੱਢਦੇ ਨੇ ਰੇਟ ਵਿੱਚ, ਕੋਈ ਇਹਦਾ ਨਾਮ ਨਿਸ਼ਾਨ ਨਹੀਂ ਹੈਗਾ। ਇਹ ਹੁਣ ਪਤਾ ਨਹੀਂ ਕੀ ਹੈ ਰੇਟ। ਅੱਛਾ ਵਾਲਾ ਸਾਹਿਬ, ਇਹ ਮਾਰਕੀਟ ਨੂੰ ਜਿੱਦਾਂ ਚਗਮਾ ਦੇ ਕੇ ਬੰਦਾ ਕਿਤੇ ਖੁੱਡ 'ਚ ਨਹੀਂ ਵੜ ਜਾਂਦਾ, ਇਹ 75 ਨੇ ਵੀ ਇੰਜ ਦਾ ਹੀ ਨਹੀਂ ਕੀਤਾ ਜ਼ਿਮੀਂਦਾਰਾਂ ਨਾਲ ਉਹਨੇ ਵੀ ਇੱਕ ਵਾਰੀ ਮਾੜਾ ਜਿਹਾ ਆਇਆ ਮਾਰਕੀਟ ਲਸ਼ਕਾਰਾ ਦਿੱਤਾ, ਮੁੜ ਕੇ ਅੱਲਾ ਦੀ ਸਪੁਰਦ। ਉਹ ਨਹੀਂ, ਇਹ ਪਹਿਲਾਂ 260 ਸਪੈਸ਼ਲ ਐਡੀਸ਼ਨ ਆਇਆ ਸੀ ਨਾ, ਉਹਦੇ ਨਾਲ ਵੀ ਐਸੀ ਲਾ ਕੇ ਕੰਪਨੀ ਨੇ ਕੱਢਿਆ ਸੀ। ਇਹ ਕੰਪਨੀ ਚੈੱਕ ਕਰਦੀ ਹੈ ਵੀ ਹੁਣ ਜ਼ਿਮੀਂਦਾਰ ਕਿਹਦੀ ਜ਼ਿਆਦਾ ਡਿਮਾਂਡ ਕਰਦਾ ਹੈ। ਉਹ ਜਿਹੜਾ ਐਸੀ ਆਇਆ ਸੀ ਉਹ ਡੈਲਫੀ ਪੰਪ ਦੇ ਵਿੱਚ ਸੀ, ਤੇ ਜਿਹੜਾ ਸਾਦਾ ਸੀ ਉਹ ਦੂਸਰਾ ਚਾਬੀ ਵਾਲੇ ਪੰਪ 'ਚ ਸੀ। ਉਹ ਫਿਰ ਜ਼ਿਆਦਾ ਤੁਹਾਨੂੰ ਪਤਾ ਡਿਮਾਂਡ ਡੈਲਫੀ ਦੀ ਹੈ। ਇਹਦੇ ਵਿੱਚ ਵੀ ਉਹਨਾਂ ਡੈਲਫੀ ਲਾ ਕੇ ਐਸੀ ਇਹਨੂੰ ਕੀਤਾ। ਸਹੀ। ਤੇ ਦੇਖਣਗੇ ਜ਼ਿਆਦਾ ਸੇਲ ਹੋਇਆ ਤੇ ਫਿਰ ਉਹਨਾਂ ਦੂਸਰਾ ਖਤਮ ਕਰਕੇ ਨਾ ਇਹਨੂੰ ਖਤਮ ਕਰ ਦੇਣਗੇ, ਫਿਰ ਉਹਦੇ ਵਿੱਚ ਡੈਲਫੀ ਦੇਣ ਲੱਗ ਤੇ ਪਏ। ਉਹ ਦੂਸਰਾ ਆ ਰਿਹਾ ਵਾ 75 75 ਆ ਰਿਹਾ ਦੂਸਰਾ, ਦੋਵੇਂ ਆ ਰਹੇ। ਉਹਦੀ ਕੀ ਕੀਮਤ ਆ? ਉਹਦੀ 38,63,000 ਰੁਪਏ ਤੱਕ ਹੈ। ਤੇ ਉਹਦੇ ਵਿੱਚ ਜਿਹੜਾ 4x4 ਆ ਉਹ ਹੈਗਾ ਜੀ 52,21,200 ਰੁਪਏ ਦਾ। ਸਹੀ। ਅੱਛਾ ਵਾਲਾ ਸਾਹਿਬ, ਇਹ ਕੀਮਤਾਂ ਜਿਹੜੀਆਂ ਇਹ ਜ਼ਰੂਰਤ ਤੋਂ ਜ਼ਿਆਦਾ ਹੀ ਨਹੀਂ, ਕੰਪਨੀ ਨੇ ਕਿੱਧਰ ਦੀਆਂ ਕਿੱਧਰ ਨੂੰ ਲੈ ਗਈ ਆ? ਕੀਮਤਾਂ ਤੁਹਾਨੂੰ ਅੱਗੇ ਦੱਸਿਆ ਤੇ ਹੈ ਜੀ, ਕੀਮਤਾਂ ਹੁਣ ਇਹਨਾਂ ਨੇ ਕੀਮਤਾਂ ਵਧਾ ਦਿੱਤੀਆਂ। ਇਹ ਦੂਸਰੀਆਂ ਕੰਪਨੀਆਂ ਨੇ ਰੇਟ ਨਹੀਂ ਵਧਾਏ ਹੈ। ਮੈਂ ਨਾ ਉਹ ਵੀ ਇੰਤਜ਼ਾਰ ਕਰਨ ਦੇ ਨੇ ਜ਼ਿਮੀਂਦਾਰ ਹੁਣ ਇੱਧਰ ਸਾਡੇ ਵੱਲ ਨੂੰ ਆਏ, ਕਿਉਂਕਿ ਕੰਪਨੀਆਂ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਨਾ ਬੁਕਿੰਗ ਲੈ ਰਹੀਆਂ ਨੇ ਕਿ ਸਾਡੇ ਵੱਲ ਬੁਕਿੰਗ ਆਉਣ। ਸਹੀ। ਜ਼ਿਮੀਂਦਾਰ ਵਿਚਾਰਾ ਕਰੇ ਕਿ ਹੁਣ ਅੱਗੋਂ ਫੇਰ ਸਕੀਮ ਦਾ ਕਰਕੇ ਜਿਹਨੇ ਨਹੀਂ ਲੈਣੇ ਉਹਨਾਂ ਟਰੈਕਟਰ, ਉਹਨੇ ਵੀ ਇੰਤਜ਼ਾਰ ਕਰਨਾ ਸ਼ਾਇਦ ਸਾਡਾ ਸਕੀਮ 'ਚ ਨਾ ਆ ਜੇ। ਤੇ ਇਸੇ ਕਰਕੇ ਇਹ ਕਸ਼ਮਕਸ਼ ਮਾਰਕੀਟ ਸਮਝ ਲਓ ਕਿ ਬਿਲਕੁਲ ਅੱਗੋਂ ਮਜ਼ੀਦ ਇਹਨੇ ਜ਼ਵਾਲ ਦੇ ਵਿੱਚ ਜਾਣਾ, ਕਿਉਂਕਿ ਹੁਣ ਜੋ ਹਾਲਾਤ ਹੋ ਗਏ ਨੇ ਅੱਗੋਂ ਮਜ਼ੀਦ ਗ੍ਰੀਨ ਸਕੀਮ ਨੇ ਹੋਰ ਲੱਗ ਭੰਨ ਦੇਣਾ। ਤੇ ਇਹ ਸੂਰਤ ਹਾਲ ਹੈ। ਤੇ ਇਹਦੇ ਨਾਲ ਵਿਚਾਰੇ ਜਿਹੜੇ ਇੰਡਸਟਰੀਆਂ ਵਾਲੇ ਨੇ ਜਿਹੜੇ ਬਣਾਉਂਦੇ ਨੇ ਜ਼ਰੀ ਉਜ਼ਾਰ, ਉਹਨਾਂ ਦਾ ਵੀ ਇਹਨਾਂ ਨਾਲ ਹੀ ਰਿਲੇਸ਼ਨ ਹੈ। ਤੇ ਉਹ ਵੀ ਨਾਲ ਉਹਨਾਂ ਦਾ ਵੀ ਕੰਮ ਜਿਹੜਾ ਡਾਊਨ ਹੁੰਦਾ ਜਾ ਰਿਹਾ। ਤੇ ਜ਼ਿਮੀਂਦਾਰ ਤੁਹਾਨੂੰ ਪਤਾ ਸਾਡੇ ਪਾਕਿਸਤਾਨ ਦੀ ਰੀੜ੍ਹ ਦੀ ਹੱਡੀ ਹੈ। 65% ਜਿਹੜਾ ਤਬਕਾ ਸਾਡਾ ਐਗਰੀਕਲਚਰ ਦੇ ਰਿਲੇਟਡ ਹੈ ਪਾਕਿਸਤਾਨ ਦਾ। ਅਗਰ ਅਸੀਂ ਜ਼ਿਮੀਂਦਾਰ ਨੂੰ ਕੁਛ ਹਾਲ ਕਰ ਦਈਏ ਤੇ ਅੱਲਾ ਖੈਰ ਕਿ ਸਾਡਾ ਮੁਲਕ ਬਿਲਕੁਲ ਸਟੇਬਲ ਹੋ ਸਕਦਾ। ਲੇਕਿਨ ਸਾਡੀਆਂ ਹਕੂਮਤਾਂ ਜਿਹੜੀਆਂ ਨੇ ਉਹ ਇਸ ਪਾਸੇ ਨਹੀਂ ਆ ਰਹੀਆਂ। ਅੱਲਾ ਪਾਕ ਉਹਨਾਂ ਦੇ ਰਹਿਮ ਕਰੇ, ਉਹਨਾਂ ਨੂੰ ਕੋਈ ਇਸ ਪਾਸੇ ਸੋਚਣ ਦੀ ਤੌਫੀਕ ਦੇ। ਲਓ ਜੀ ਦੋਸਤੋ, ਇਹ ਮਿਲਰ ਟਰੈਕਟਰ ਮਾਰਕੀਟ ਸੀ ਜਿਹਦੀ ਅਪਡੇਟ ਦਿੱਤੀ ਆ, ਨਵੇਂ ਰੇਟਾਂ ਤੋਂ ਅਪਡੇਟ ਦਿੱਤੀ ਹੈ, ਨਵੇਂ ਰੇਟ ਲਾਗੂ ਹੋ ਗਏ ਆ। ਅਗਰ ਦੋਸਤੋ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਤੇ ਨਵੇਂ ਦੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ। ਓਕੇ, ਅੱਲਾ ਹਾਫਿਜ਼।